प्रचार कर रहा हूँ। I will translate. That's for you. एक दिन आएगा करेगा पंजाबी में, Sula man. हिंदी में हो रहा है लेकिन चलो ओके। वेलकम एवरीबॉडी। सब ਨੂੰ ਦਾ ਅਸੀਂ ਸਵਾਗਤ ਕਰਦੇ ਹਾਂ। Amen. Thank you for coming. ਤੁਹਾਡਾ ਇੱਥੇ ਆਉਣਾ ਸਭ ਦਾ ਅਸੀਂ ਧੰਨਵਾਦ ਕਰਦੇ ਹਾਂ ਆਉਣ ਦੇ ਲਈ। This week, ये पूरा week was a very busy week. ਜੋ ਇਹ ਪੂਰਾ ਹਫਤਾ ਸੀ ਉਹ ਬਹੁਤ ਜ਼ਿਆਦਾ ਬਿਜ਼ੀ ਰਿਹਾ। Even on Friday, we went to North Cyprus because we are starting a small sort of church there as well in North Cyprus. ਇੱਥੇ ਤੱਕ ਕਿ ਸ਼ੁੱਕਰਵਾਰ ਦੇ ਦਿਨ ਅਸੀਂ ਨਾਰਥ ਸਾਈਡ ਗਏ ਔਰ ਉੱਥੇ ਵੀ ਸਮਾਲ ਚਰਚ ਕਹਿ ਸਕਦੇ ਕੁਝ ਲੋਕਾਂ ਦਾ ਇਕੱਠ ਸੀ ਜਿੱਥੇ ਅਸੀਂ ਪਰਮੇਸ਼ਰ ਦੇ ਕਲਾਮ ਨੂੰ ਲੈ ਕੇ ਗਏ। Sometimes I prefer when there are smaller churches. ਕੁਝ ਸਮਾਂ ਮੈਂ ਇਸ ਚੀਜ਼ ਲਈ ਮੈਨੂੰ ਪ੍ਰਪੇਅਰ ਕਰਦਾ ਕਿ ਛੋਟੀ ਜਿਹੜੀ ਚਰਚਾ ਇਕੱਠ ਨੂੰ ਕਹਿ ਸਕਦੇ ਸੀ ਚਰਚ ਨਹੀਂ। Because when the church is small, you can care for people more. ਜਦੋਂ ਇੱਕ ਛੋਟੀ ਚਰਚ ਹੁੰਦੀ ਛੋਟੀ ਕਲੀਸਿਆ ਹੁੰਦੀ ਤੇ ਉਹਦਾ ਤੁਸੀਂ ਖਿਆਲ ਜ਼ਿਆਦਾ ਰੱਖ ਸਕਦੇ ਹੋ। Bigger the church, it becomes difficult to care for people. ਜਿੰਨੀ ਜ਼ਿਆਦਾ ਭੀੜ ਹੋਏਗੀ ਉਨਾ ਹੀ ਜ਼ਿਆਦਾ ਮਤਲਬ ਕਿ ਖਿਆਲ ਰੱਖਣ ਦੀ ਵੀ ਜ਼ਰੂਰਤ ਹੈ। Because I used to work for one very big ministry. ਕਿਉਂਕਿ ਪਾਸਟਰ ਜੀ ਇੱਕ ਬੜੀ ਮਿਨਿਸਟਰੀ ਦੇ ਨਾਲ ਕੰਮ ਕਰਦੇ ਨੇ। And what I saw in that ministry, ਉਹ ਕੀ ਵੇਖਦੇ ਨੇ ਉਸ ਮਿਨਿਸਟਰੀ ਦੇ ਦੌਰਾਨ? many people that were getting saved. ਬਹੁਤ ਸਾਰੇ ਲੋਕ ਨੇ ਜੋ ਪਰਮੇਸ਼ਰ ਦੇ ਵਿੱਚ But ਬਚਾਏ there was ਜਾਂਦੇ no ਨੇ care, there was no discipleship. ਪਰ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦੇ, ਕੋਈ ਵੀ ਉਹਨਾਂ ਦੀ ਜੋ ਚੇਲੇਪਨ ਦੀ ਪਰੰਪਰਾ ਉਹਦੇ ਬਾਰੇ I ਖਿਆਲ saw it was ਨਹੀਂ like ਕੀਤਾ। a factory. ਉਹ ਇੱਕ ਫੈਕਟਰੀ ਦੀ ਤਰ੍ਹਾਂ ਦੇਖਦੇ ਨੇ ਕਿ ਬਹੁਤ ਸਾਰੇ ਲੋਕਾਂ ਦੇ A lot of people were coming, getting saved. ਬਹੁਤ ਸਾਰੇ ਲੋਕ ਆਉਂਦੇ ਨੇ ਜੋ ਪਰਮੇਸ਼ਰ ਦੇ ਦੁਆਰਾ ਬਚਾਏ So I ਜਾਂਦੇ was ਨੇ। watching this. I said to the pastor, I said, we need to have care for people, discipleship classes. ਜਦੋਂ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ ਤੇ ਪਾਸਟਰ ਜੀ ਇਹ ਸਾਂਝਾ ਕਰਦੇ ਨੇ ਆਪਣੇ ਸੀਨੀਅਰਸ ਦੇ ਨਾਲ ਕਿ ਸਾਨੂੰ ਜ਼ਰੂਰਤ ਹੈ ਕਿ ਇਸ ਚੀਜ਼ ਨੂੰ ਬਰਕਰਾਰ ਰੱਖਣ ਦੇ ਲਈ। Because the important thing is when they get saved, ਜਦੋਂ ਇਹ ਖਾਸ ਇੱਕ ਹਿੱਸਾ ਹੈ ਜਦੋਂ ਕੋਈ ਬਚਾਇਆ ਜਾਂਦਾ ਹੈ we celebrate, we're happy. ਤਾਂ ਸਾਨੂੰ ਉਹ ਇੱਕ ਸੈਲੀਬ੍ਰੇਟ ਕਰਨਾ ਇੱਕ ਮਤਲਬ ਕਿ ਉਸ ਚੀਜ਼ ਨੂੰ ਵੇ ਮਿਲਦਾ ਹੈ ਕਿ ਉਹਨੂੰ ਖੁਸ਼ੀ ਮਨਾਇਆ ਜ਼ਾਹਿਰ But the ਕਰਨਾ। most important thing is now to teach them how to live the Christian life. ਪਰ ਉਸ ਤੋਂ ਬਾਅਦ ਇੱਕ ਖਾਸ ਜਿਹੜੀ ਇੱਕ ਕੰਮ ਹੁੰਦਾ ਹੈ ਕਿ ਉਹਨਾਂ ਲੋਕਾਂ ਨੂੰ ਸਿਖਾਉਣਾ ਕਿ ਕਿਵੇਂ ਉਸ ਚੀਜ਼ ਨੂੰ ਬਰਕਰਾਰ ਰੱਖਣਾ ਹੈ। So when it's a small group, it's easy to teach people. ਜਦੋਂ ਛੋਟਾ ਕਰੂ ਹੁੰਦਾ ਹੈ ਛੋਟਾ ਗਰੁੱਪ ਹੁੰਦਾ ਤੇ ਉਸ ਚੀਜ਼ ਨੂੰ ਹੈਂਡਲ ਕਰਨਾ ਸੁਖਾਲਾ ਹੁੰਦਾ ਹੈ। So that's why House of Glory Church, ਇਸੇ ਹੀ ਕਰਕੇ ਹਾਊਸ ਆਫ ਗਲੋਰੀ ਪੰਜਾਬੀ ਚਰਚ we have put stages of stage 1, 2, 3, 4. ਫਿਰ ਇੱਕ ਪਰਪਸ ਹੈ ਕਿ ਉਹਦਾ ਵੇ ਹੈ ਕਿ ਸਟੇਜ 1 ਹੈ, ਸਟੇਜ 2 ਹੈ, ਸਟੇਜ 3 ਹੈ, ਸਟੇਜ 4 ਹੈ। So you're eating first, you're drinking little bit of milk starting. ਜੋ ਸ਼ੁਰੂਆਤੀ ਹੁੰਦੀ ਹੈ ਸਟੇਜ 1 ਉਹ ਇੱਕ ਦੁੱਧ ਤੇ ਪਾਣੀ ਪੀਣ ਦੇ ਤਰ੍ਹਾਂ ਹੁੰਦਾ ਹੈ ਹਲਕਾ, And then you're getting more solid food. ਤੇ ਉਸ ਤੋਂ ਬਾਅਦ ਇੱਕ ਅੱਛਾ ਖਾਣੇ ਦਾ ਟਰਨ ਆਉਂਦੀ ਹੈ ਜੋ ਸੈਕਿੰਡ ਸਟੇਜ ਹੈ। And by the time you finish 4 stages, ਜਦੋਂ ਤੁਸੀਂ ਇਹ ਚਾਰੋਂ ਸਟੇजेस ਕੰਪਲੀਟ ਕਰਦੇ ਹੋ you are ready to do ministry. ਤਾਂ ਤੁਸੀਂ ਉਸ ਟਾਈਮ ਤੇ ਖੁਦਾ ਦੇ ਕੰਮ ਨੂੰ ਕਰਨ ਦੇ ਲਈ ਰੈਡੀ You ਹੁੰਦੇ ਹੋ। cannot get into ministry by not doing any of the classes. ਤਦ ਤੱਕ ਤੁਸੀਂ ਉਸ ਚੀਜ਼ ਲਈ ਤਿਆਰ ਨਹੀਂ ਹੋ ਸਕਦੇ ਜਦ ਤੱਕ ਤੁਸੀਂ ਇਸ ਪ੍ਰੋਸੈਸ ਦੇ ਵਿੱਚੋਂ ਨਹੀਂ ਗੁਜ਼ਰੋਗੇ। Because you need to know the knowledge of the Bible. ਕਿਉਂਕਿ ਤੁਹਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਪਰਮੇਸ਼ਰ ਦੇ ਗਿਆਨ ਦਾ ਹੋਣਾ। ਤੁਹਾਨੂੰ You can't just go to say, I'm going to start preaching if you don't know anything of the Bible. ਤੁਸੀਂ ਡਾਇਰੈਕਟ ਆ ਕੇ ਪ੍ਰਚਾਰ ਨਹੀਂ ਕਰ ਸਕਦੇ ਜੇਕਰ ਤੁਹਾਨੂੰ ਪਰਮੇਸ਼ਰ ਦੇ ਪੈਗਾਮ ਦੇ ਬਾਰੇ ਨਹੀਂ Because you ਪਤਾ। could be giving people wrong information. ਹੋ ਸਕਦਾ ਹੈ ਕਿ ਤੁਹਾਡੇ ਦੁਆਰਾ ਜੋ ਲੋਕ ਨੇ ਉਹ ਗਲਤ ਮੈਸੇਜ ਨੂੰ ਰਿਸੀਵ So ਕਰਨ। instead of getting them to heaven, you could be sending them somewhere else. ਉਹ ਹੋ ਸਕਦਾ ਕਿ ਉਹਨਾਂ ਨੂੰ ਸਵਰਗ ਜਾਣ ਦੀ ਬਜਾਏ ਕਿਤੇ ਹੋਰ ਜਾਣਾ ਪੈ ਜਾਏ। So it's very important to teach people. ਤਾਂ ਇਹ ਬਹੁਤ ਖਾਸ ਹਿੱਸਾ ਹੈ ਕਿ ਲੋਕਾਂ ਨੂੰ ਸਿਖਾਉਣਾ। Amen. ਆਮੀਨ। So today I'm going to talk to you about I am God's workmanship. ਅੱਜ ਦਾ ਜੋ ਸਾਡਾ ਟਾਈਟਲ ਹੈ ਟੌਪਿਕ ਹੈ ਕਿ ਮੈਂ ਪਰਮੇਸ਼ਰ ਦੀ ਕਾਰਾਗਰੀ ਹਾਂ। Amen. ਆਮੀਨ। Say that. I am God's workmanship. ਤੁਹਾਨੂੰ ਸਾਰਿਆਂ ਨੂੰ ਇਸ ਗੱਲ ਨੂੰ ਰਿਪੀਟ ਕਰਨ ਦੀ ਜ਼ਰੂਰਤ ਕਿ ਮੈਂ ਪਰਮੇਸ਼ਰ ਦੀ ਕਾਰਾਗਰੀ ਹਾਂ। Amen. That is not me saying. This is what God is saying. ਇਹ ਪਾਸਟਰ ਜੀ ਦਾ ਕਹਿਣਾ ਨਹੀਂ, ਉਹਨਾਂ ਦੇ ਆਪਣੇ ਸ਼ਬਦ ਨਹੀਂ, ਇਹ ਪਰਮੇਸ਼ਰ ਦੇ ਕਲਾਮ ਹੈ ਜੋ ਤੁਹਾਨੂੰ ਇਹ ਕਹਿਣ ਦੇ ਲਈ ਕਹਿ ਰਿਹਾ ਹੈ। Let's look at it. It is in Ephesians chapter 2 verse 10. ਅਸੀਂ ਇਸ ਚੀਜ਼ ਨੂੰ ਪਰਮੇਸ਼ਰ ਦੇ ਕਲਾਮ ਅਫਸੀਆਂ ਦੀ ਕਿਤਾਬ ਉਹਦਾ 2:10 ਆਇਤ ਚ ਵੇਖਾਂਗੇ। Read in Punjabi. ਕਿਉਂ ਜੋ ਅਸੀਂ ਉਹਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ
ਜੋ ਪਰਮੇਸ਼ਵਰ ਨੇ ਅੱਗੋਂ ਹੀ ਤਿਆਰ ਕੀਤੇ ਸਨ ਭਈ ਅਸੀਂ ਉਹਨਾਂ ਵਿੱਚ ਲੱਗੇ ਰਹੀਏ। Amen. So what does my English Bible say? ਸੋ ਇੰਗਲਿਸ਼ ਦੇ ਵਿੱਚ ਇਹਦਾ ਕੀ ਪ੍ਰੋਨਾਂਸੀਏਸ਼ਨ ਹੈ? It says, I am God's workmanship. ਜੇਕਰ ਅਸੀਂ ਕਹੇ ਕਿ ਮੈਂ ਪਰਮੇਸ਼ਵਰ ਦੀ ਕਾਰਾਗਿਰੀ ਹਾਂ। Workmanship का मतलब क्या होता है? ਵਰਕਮੈਨਸ਼ਿਪ ਦਾ ਉਹਦਾ ਐਗਜ਼ੈਕਟਲੀ ਮੀਨਿੰਗ ਕੀ ਹੈ? Say for instance, now somebody is building this building. ਫॉर एग्जांपल ਉਦਾਹਰਨ ਦੇ ਤੌਰ ਤੇ ਜਿਵੇਂ ਇੱਕ ਬਿਲਡਿੰਗ ਇੱਕ ਘਰ ਨੂੰ ਉਸਾਰਿਆ So ਜਾਂਦਾ ਹੈ। to put all the bricks, special qualification होता है ना, brickman बोलते हैं हम उसको. Yeah, they do all the brick work. Then they have somebody that does all the plastering. Then you have somebody that's fitting all the tiles on the floor, the roof. समझ गया ना? So that is workmanship. ਜਿਵੇਂ ਇੱਕ ਉਦਾਹਰਨ ਦੇ ਤੌਰ ਤੇ ਜਦੋਂ ਇੱਕ ਬਿਲਡਿੰਗ ਕੋਈ ਘਰ ਉਸਾਰਿਆ ਜਾਂਦਾ ਹੈ ਤਾਂ ਸਾਰੇ ਕੰਮਾਂ ਨੂੰ ਕਰਨ ਦੇ ਲਈ ਇੱਕ ਸਪੈਸ਼ਲ ਹਿੱਸਾ ਹੁੰਦਾ ਹੈ। ਕੋਈ ਟਾਇਲਸ ਦਾ ਹੁੰਦਾ ਆ, ਕੋਈ ਜਿਵੇਂ ਇਲੈਕਟ੍ਰਿਸਿਟੀ ਦਾ ਹਿੱਸਾ ਹੁੰਦਾ ਆ, ਕੋਈ ਵੀ ਵੱਖਰੇ ਵੱਖਰੇ ਤਰੀਕੇ ਦੇ ਨਾਲ ਉਸ ਕੰਮ ਨੂੰ ਅੰਜਾਮ ਦਿੱਤਾ ਜਾਂਦਾ ਹੈ। So when God created you, ਜਦੋਂ ਪਰਮੇਸ਼ਰ ਨੇ ਤੁਹਾਨੂੰ ਰਚਿਆ, He created you as a special workmanship. ਉਹਨੇ ਇੱਕ ਖਾਸ ਮਕਸਦ ਦੇ ਲਈ ਤੁਹਾਨੂੰ ਰਚਿਆ। Look at yourself. ਤੁਹਾਨੂੰ ਆਪਣੇ ਆਪ ਨੂੰ ਦੇਖਣ ਦੀ ਜ਼ਰੂਰਤ ਹੈ। Look at your eyes, your nose, your body, your hands. They're all perfect. ਤੁਹਾਨੂੰ ਆਪਣੀਆਂ ਅੱਖਾਂ, ਮੂੰਹ, ਹੱਥ, ਪੈਰ ਸਾਰੇ ਬਾਡੀ ਨੂੰ ਦੇਖਣ ਦੀ ਜ਼ਰੂਰਤ ਹੈ। God, when He created your nose, He didn't put it at the back of your head. He put it in the front, so it looks beautiful. ਅਗਰ ਉਹਨੇ ਤੁਹਾਡਾ ਨੱਕ ਬਣਾਇਆ ਨਹੀਂ ਕਿ ਉਹਨੇ ਤੁਹਾਡੇ ਬੜੇ ਬੇਢੰਗ ਤਰੀਕੇ ਦੇ ਨਾਲ ਉਹਨੂੰ ਪਿੱਛੇ ਲਾਤਾ ਵੀ ਤੁਹਾਡੀ ਜਿਹੜੀ ਦੁਰਦਸ਼ਾ ਹੀ ਹੋਵੇ। Can you imagine if God created and put your nose at the back here? ਕੀ ਤੁਸੀਂ ਇਸ ਚੀਜ਼ ਨੂੰ ਸੋਚ ਸਕਦੇ ਹੋ ਕਿ ਤੁਹਾਡੇ ਨੱਕ ਨੂੰ ਜੇ ਪਿੱਛੇ ਲਗਾਇਆ How ਹੋਵੇ would it look? ਤਾਂ ਉਹਦਾ ਤੁਸੀਂ ਦੇਖੋ ਉਹਦੀ ਕੀ ਸ਼ਕਲ ਬਣੇਗੀ? Can you imagine if your one ear here and one ear was here? ਕੀ ਤੁਸੀਂ ਇਹ ਸੋਚ ਸਕਦੇ ਹੋ ਕਿ ਤੁਹਾਡਾ ਇੱਕ ਕੰਨ ਇੱਥੇ ਲੱਗਾ ਤੇ ਇੱਕ ਦੂਜੇ ਕਿਸੇ ਆਦਰ won't look ਪਾਸੇ right. ਲੱਗਾ? ਇਹ ਸਹੀ ਵੇ ਨਹੀਂ ਹੈ। So before God created you, He had that picture. This is how you are going to look. ਇਸ ਤੋਂ ਪਹਿਲਾਂ ਕਿ ਪਰਮੇਸ਼ਰ ਤੁਹਾਨੂੰ ਰਚਣਾ, ਉਸ ਤੋਂ ਪਹਿਲਾਂ ਖੁਦਾ ਨੇ ਉਸ ਚੀਜ਼ ਨੂੰ ਸੋਚਿਆ ਉਹਨੂੰ ਬਣਾਉਣ ਦੇ ਲਈ। Just looking at your nose, see the nose is pointing down, the hole is underneath here, no? The nose is pointing down. ਦੇਖੋ ਆਪਣੇ ਨੱਕ ਨੂੰ ਕਿ ਜਦੋਂ ਉਸ ਨੂੰ ਪੁਆਇੰਟ ਕੀਤਾ ਗਿਆ ਤਾਂ ਉਹਦੇ ਜਿਹੜੇ ਦੋ ਛੇਕ ਨੇ ਉਹ ਪਰਮੇਸ਼ਰ ਨੇ ਬੜੀ ਬਖੂਬੀ ਉਸ ਚੀਜ਼ ਨੂੰ Now ਰਚਿਆ। just think if you turned your nose upside down and the hole is facing this side up. ਹੁਣ ਤੁਸੀਂ ਇਸ ਚੀਜ਼ ਨੂੰ ਇਮੇਜਿਨ ਕਰੋ ਕਿ ਉਸ ਨੱਕ ਨੂੰ ਮਰੋੜ ਕੇ ਤੇ ਜਿਹੜੇ ਹੋਲ ਹੈ ਉਹ ਜੇ ਛੇਕ ਉਹ ਉੱਪਰ ਨੂੰ ਤੇ ਦੂਜਾ ਤੇ ਉਹ ਕੀ ਲੁਕ ਰਹਿ ਜਾਏਗਾ? If you went to have a shower, ਜੇ ਤੁਸੀਂ ਨਹਾਉਣ ਲਈ ਜਾਓ what would happen? All the water would go inside. ਤਾਂ ਉਹ ਜਿਹੜਾ ਸਾਰਾ ਪਾਣੀ ਉਹ ਨੱਕ 'ਚ ਚਲਾ ਜਾਏਗਾ। If you went out and it's raining heavy and you're getting wet, all the water would go in. ਜੇਕਰ ਤੁਸੀਂ ਬਾਹਰ ਜਾਓ ਔਰ ਬਹੁਤ ਸਾਰੀ ਵਰਖਾ ਹੋ ਰਹੀ ਹੈ ਤਾਂ ਉਹ ਪਾਣੀ ਫਿਰ ਤੁਹਾਡਾ ਸਾਰਾ ਨੱਕ 'ਚ That's ਜਾਏਗਾ। why God, the way He created is in a special way. ਇਸੇ ਕਰਕੇ ਜੋ ਪਰਮੇਸ਼ਰ ਦਾ ਤੁਹਾਨੂੰ ਰਚਨਾ ਇੱਕ ਬੜੀ ਖਾਸ ਕਾਰਾਗਰੀ ਹੈ। So when He created you, He didn't just create you as you, He created you in Jesus Christ. ਇਹ ਨਹੀਂ ਕਿ ਉਹਨੇ ਤੁਹਾਨੂੰ ਜੇ ਰਚਿਆ ਤਾਂ ਸਿਰਫ ਰਚਿਆ, ਉਹਨੇ ਪਰਮੇਸ਼ਰ ਯਿਸੂ ਮਸੀਹ ਦੇ ਵਿੱਚ ਦੀ ਤੁਹਾਨੂੰ ਰਚਿਆ। And why did He create you? To do good works, ਔਰ ਕਿਉਂ ਇਸ ਚੀਜ਼ ਲਈ ਰਚਿਆ? ਇੱਕ ਅੱਛੇ ਕਰਮਾਂ ਦੇ ਲਈ ਰਚਿਆ, which God prepared in advance ਇਹ ਪਰਮੇਸ਼ਰ ਨੇ ਪਹਿਲੇ ਤੋਂ ਹੀ ਇਹ ਧਾਰਨਾ ਕੀਤੀ ਸੀ before you were even born. ਜਦੋਂ ਕਿ ਤੁਸੀਂ ਪੈਦਾ ਵੀ ਨਹੀਂ ਸੀ ਹੋਏ। So before you were born, everything was ready for you. ਜਦੋਂ ਕਿ ਤੁਸੀਂ ਪੈਦਾ ਹੋਣਾ ਹੀ ਸੀ ਉਸ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਦੀ ਰਚਨਾ ਕੀਤੀ I ਗਈ। want you to understand how big our God is. ਮੈਂ ਚਾਹੁੰਦਾ ਕਿ ਤੁਸੀਂ ਇਸ ਚੀਜ਼ ਨੂੰ ਸਮਝੋ ਕਿ ਤੁਹਾਡਾ ਪਰਮੇਸ਼ਰ ਕਿੰਨਾ ਮਹਾਨ ਹੈ। Before you even came, He knew what you were going to do. ਇੱਥੋਂ ਤੱਕ ਕਿ ਪਰਮੇਸ਼ਰ ਨੇ ਜਦੋਂ ਤੁਹਾਨੂੰ ਇਸ ਜ਼ਮੀਨ ਤੇ ਤਰਨਾ ਸੀ ਉਹਨੂੰ ਬਖੂਬੀ ਪਤਾ ਸੀ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ God ਹੈ। did not create you, bring you on the earth and then say, what am I going to do with you? ਸੋ ਪਰਮੇਸ਼ਰ ਨੇ ਇਸ ਤਰੀਕੇ ਨਾਲ ਨਹੀਂ ਕੀਤਾ ਕਿ ਤੁਹਾਨੂੰ ਪਹਿਲਾਂ ਭੇਜਿਆ ਹੋਵੇ ਤੇ ਬਾਅਦ ਚ ਉਹ ਸੋਚੀ ਪੈ ਗਿਆ ਹੋਵੇ ਕਿ ਹਾਂ ਮੈਂ ਕੀ ਹੁਣ ਕਰਾਂ, ਨੈਕਸਟ ਕੀ ਹੋਏਗਾ। It followed as you were born. ਉਹਨੇ ਤੁਹਾਨੂੰ ਭੇਜਿਆ ਤਾਂ ਉਹਦੀ ਰਚਨਾ ਸੀ ਪਹਿਲੇ ਤੋਂ। So now if God created you so special, ਜੇਕਰ ਪਰਮੇਸ਼ਰ ਨੇ ਤੁਹਾਨੂੰ ਖਾਸ ਮਕਸਦ ਦੇ ਨਾਲ ਰਚਿਆ what is the reason for it? ਤਾਂ ਇਹਦਾ ਪਰਪਸ, ਇਹਦਾ ਮਕਸਦ ਕੀ ਹੋ ਗਿਆ? To sit quietly at home? ਕਿ ਤੁਸੀਂ ਚੁੱਪਚਾਪ ਘਰ ਵਿੱਚ ਬੈਠੇ ਰਹੋ? There is a reason why. ਇਹਦਾ ਕੋਈ ਵਜ੍ਹਾ ਆ? See this phone. ਇਸ ਫੋਨ ਨੂੰ ਦੇਖੋ, The owner, the person that created this phone, ਜੋ ਵੀ ਇਹਦਾ ਓਨਰ ਹੈ ਜਿਸਨੇ ਇਸ ਫੋਨ ਨੂੰ ਬਣਾਇਆ, there is a purpose for this phone. ਉਹਦਾ ਇੱਕ ਮਕਸਦ ਰਿਹਾ ਇਸ ਨੂੰ ਬਣਾਉਣ ਦਾ। So when you switch it on,
ਜਦੋਂ ਤੁਸੀਂ ਇਹਦਾ ਸਵਿਚ ਨੂੰ ਔਨ ਕਰਦੇ You ਹੋ, can make a phone call to your wife, to your husband, to your friends. ਉਸ ਤੋਂ ਬਾਅਦ ਤੁਸੀਂ ਇਸ ਫੋਨ ਨੂੰ ਯੂਜ਼ ਕਰ ਸਕਦੇ ਹੋ ਕਿਸੇ ਨੂੰ ਵੀ ਕਾਲ ਲਗਾ ਕੇ, ਜਿਹਨੂੰ ਵੀ ਤੁਹਾਨੂੰ ਲਗਾਉਣ ਦੀ ਜ਼ਰੂਰਤ If ਹੈ। you do not turn the phone on and keep it there, ਜੇਕਰ ਤੁਸੀਂ ਇਸ ਫੋਨ ਨੂੰ ਫੜੋ ਨਹੀਂ ਔਰ ਕਿਤੇ ਵੀ ਰੱਖ ਦੋਗੇ, and you want to call your wife or you want to call your husband, ਔਰ ਜੇਕਰ ਤੁਸੀਂ ਆਪਣੇ ਪਤੀ ਨੂੰ ਜਾਂ ਪਤਨੀ ਨੂੰ ਕਾਲ ਲਗਾਉਣਾ ਚਾਹੁੰਦੇ can ਹੋ, you do that? ਕੀ ਤੁਸੀਂ ਇਸ ਤਰ੍ਹਾਂ ਕਰ ਸਕੋਗੇ? मेरा फोन बंद है, मैं बीबी से बात कर सकता हूँ? ਜੇਕਰ ਫੋਨ ਬੰਦ ਹੈ ਤਾਂ ਫਿਰ ਉਹ ਕਿਸ ਤਰ੍ਹਾਂ ਗੱਲ ਹੋਏਗੀ? उसका पर्पस क्या है? ऑन करना पड़ता है, सही है ना? The same way, the way God created you, there is a purpose for you to do good works. ਇਸੇ ਤਰੀਕਾ ਉਦਾਹਰਨ ਦੇ ਤੌਰ ਤੇ ਜੇਕਰ ਪਰਮੇਸ਼ਰ ਦੇ ਦੁਆਰਾ ਤੁਸੀਂ ਰਚੇ ਗਏ ਹੋ ਤਾਂ ਉਹਦਾ ਇੱਕ ਖਾਸ ਮਕਸਦ ਹੈ ਤੁਹਾਨੂੰ ਇਸ ਧਰਤੀ ਤੇ ਭੇਜਣ Amen. ਦਾ। What is good works? Say yes. ਜੋ ਅੱਛਾ ਕਰਮ ਹੈ ਉਹ ਕੀ ਨੇ? Yeah, what is good works? ਕੀ ਨੇ ਉਹ ਅੱਛੇ ਕਰਮ? Today, say we are in this place here. ਅੱਜ ਅਸੀਂ ਇਸ ਜਗ੍ਹਾ ਤੇ ਆ, What are we doing in this place? ਅਸੀਂ ਕੀ ਕਰ ਸਕਦੇ ਇਸ ਜਗ੍ਹਾ ਤੇ? We are not here disco dancing. ਅਸੀਂ ਇੱਥੇ ਨੱਚ ਟੱਪ ਨਹੀਂ ਸਕਦੇ। No. What are we doing? ਕੀ ਕਰ ਸਕਦੇ ਅਸੀਂ We ਇੱਥੇ? come here to worship God. ਅਸੀਂ ਪਰਮੇਸ਼ਰ ਦੀ ਮਹਿਮਾ ਦੇ ਲਈ ਇਸ ਜਗ੍ਹਾ ਤੇ ਇਕੱਤਰਿਤ ਹਾਂ। So to worship God, what is involved? ਸੌਰੀ, To worship God, what do we need? ਜਦੋਂ ਅਸੀਂ ਇੱਕ ਵਰਸ਼ਿਪ ਕਰਦੇ ਹਾਂ ਤਾਂ ਕੀ ਸਾਨੂੰ ਜ਼ਰੂਰਤ ਹੈ? So you need a place like this. ਤੁਹਾਨੂੰ ਇੱਕ ਜਗ੍ਹਾ ਦੀ ਜ਼ਰੂਰਤ ਹੈ। You need somebody who is going to speak the word. ਤੁਹਾਨੂੰ ਜ਼ਰੂਰਤ ਹੈ ਕਿ ਕੋਈ ਤੁਹਾਡੇ ਲਈ ਪ੍ਰਚਾਰ ਕਰੇ ਔਰ You ਤੁਸੀਂ need ਉਹਨੂੰ somebody ਸੁਣ who is ਪਾਓ। going to put out all the chairs. ਔਰ ਤੁਹਾਨੂੰ ਜ਼ਰੂਰਤ ਹੈ ਕਿ ਜਦੋਂ ਤੁਸੀਂ ਆਓ ਇਸ ਜਗ੍ਹਾ ਤੇ ਕੋਈ So ਤੁਹਾਡੇ there ਲਈ is ਚੇਅਰ ਨੂੰ ਲਗਾਵੇ। work that you need to do for the word to come. ਤੁਹਾਨੂੰ ਜ਼ਰੂਰਤ ਹੈ ਕਿ ਉਸ ਚੀਜ਼ ਨੂੰ ਹੋਂਦ ਵਿੱਚ ਲਿਆਉਣ ਦੇ ਲਈ ਕੰਮਾਂ ਨੂੰ ਕਰਨ ਦੀ। So God says that when I sent you and I created you, there was a special purpose for you. ਇਸੇ ਤਰ੍ਹਾਂ ਪਰਮੇਸ਼ਰ ਦਾ ਕਹਿਣਾ ਕਿ ਜੇਕਰ ਮੈਂ ਤੁਹਾਨੂੰ ਰਚਿਆ ਔਰ ਇਸ ਸੰਸਾਰ ਤੇ ਭੇਜਿਆ ਤਾਂ ਇਹਦੇ ਪਿੱਛੇ ਇੱਕ ਮੇਰਾ ਖਾਸ So ਮਕਸਦ for ਹੈ। instance, today we had a big service in Nicosia. ਇਸੇ ਤਰ੍ਹਾਂ ਅੱਜ ਇੱਕ ਸਾਡੀ ਨਿਕੋਸੀਆ ਦੇ ਵਿੱਚ ਇੱਕ ਬੜੀ ਆਰਾਧਨਾ ਸੀ Then we come specially to Atheno. ਔਰ ਇੱਥੇ ਅਸੀਂ ਖਾਸ ਇੱਕ ਮਕਸਦ ਨਾਲ ਫਿਰ Why we ਅਥੇਨੋ come ਵੀ ਆਏ to ਹਾਂ। Atheno specially? ਕਿਉਂ ਅਸੀਂ ਇਸ ਜਗ੍ਹਾ ਤੇ ਆਏ ਹਾਂ? Because of you. ਤੁਹਾਡੇ ਲਈ। You understand? ਕੀ ਤੁਸੀਂ ਸਮਝ ਰਹੇ ਹੋ? From whole morning we are tired. ਅਸੀਂ ਪੂਰੇ ਦਿਨ ਦੇ ਥੱਕੇ ਹੋਏ ਆ। I could say I don't want to go today to Atheno. I'm tired. ਉਹ ਕਹਿ ਸਕਦੇ ਸੀਗੇ, ਉਹਨਾਂ ਕੋ ਵਜ੍ਹਾ ਸੀਗੀ ਮੈਂ ਥੱਕਿਆ ਹੋਇਆ, ਮੈਂ ਨਹੀਂ ਅਥੇਨੋ ਜਾਣਾ ਚਾਹੁੰਦਾ। I can say to people, oh, just put them on Zoom call and we'll talk to them on the Zoom. ਉਹ ਕਹਿ ਸਕਦੇ ਕਿ ਸੀਗੇ ਕਿ ਮੈਂ ਥੱਕਿਆ ਹੋਇਆ ਔਰ ਇੱਕ ਜ਼ੂਮ ਮੀਟਿੰਗ ਆਰਗੇਨਾਈਜ਼ ਕੀਤੀ ਜਾਵੇ ਤੇ ਮੈਂ ਜ਼ੂਮ ਤੇ ਲੋਕਾਂ ਨਾਲ ਬਾਈ ਫੇਸ But ਗੱਲ ਕਰ when ਲਾਂਗਾ। God created you to do His work, you have to do that. ਜਦੋਂ ਪਰਮੇਸ਼ਰ ਨੇ ਤੁਹਾਡੇ ਲਈ ਕੋਈ ਕੰਮ ਠਹਿਰਾਇਆ ਹੈ ਤਾਂ ਤੁਹਾਨੂੰ ਜ਼ਰੂਰਤ ਹੈ ਕਿ ਉਸ ਕੰਮ ਨੂੰ ਅੰਜਾਮ ਦੇਣ ਦੀ। When I decided to serve the Lord, ਜਦੋਂ ਮੈਂ ਇਸ ਚੀਜ਼ ਨੂੰ ਕਰਨ ਦਾ ਧਾਰਿਆ I cannot back up. ਤਾਂ ਮੈਂ ਪਿੱਛੇ ਮੁੜ ਕੇ ਨਹੀਂ I ਦੇਖਿਆ। cannot say I'm too busy. ਮੈਂ ਇਸ ਚੀਜ਼ ਦਾ ਕਦੀ ਬਹਾਨਾ ਨਹੀਂ ਲਿਆ ਕਿ ਮੈਂ ਬਹੁਤ I'm ਬਿਜ਼ੀ too ਹਾਂ, tired. ਕਿ ਮੈਂ ਬਹੁਤ ਥੱਕਿਆ I ਹੋਇਆ am ਹਾਂ, too famous. ਮੈਂ ਬਹੁਤ I am not going to a ਪ੍ਰਚਲਿਤ ਹਾਂ, small meeting. ਮੈਂ ਇਸ ਛੋਟੀ ਸਮਾਗਮ 'ਚ ਨਹੀਂ ਜਾਵਾਂਗਾ। God will never use you if you have that attitude. ਪਰਮੇਸ਼ਰ ਕਦੀ ਵੀ ਤੁਹਾਨੂੰ ਨਹੀਂ ਵਰਤੇਗਾ ਜੇਕਰ ਤੁਹਾਡੇ ਵਿਚਾਰ I ਇਸ ਤਰੀਕੇ ਦੇ sometimes ਨੇ। even go to some places where there are even two people. ਸਮ ਟਾਈਮ ਕੁਝ ਸਮਾਂ ਪਾਸਟਰ ਜੀ ਨੂੰ ਜਾਣਾ ਪੈਂਦਾ ਜਿੱਥੇ ਕਿ ਗਿਣਤੀ ਦੇ ਵਿੱਚ ਦੋ ਲੋਕ ਵੀ ਹੁੰਦੇ ਨੇ। Because for me it is important, those two people are most important. ਪਾਸਟਰ ਜੀ ਲਈ ਇਹ ਬਹੁਤ ਖਾਸ ਹੈ ਕਿ ਅਗਰ ਉਹ ਦੋ ਲੋਕ ਨੇ ਤੇ ਉਹਨਾਂ ਦੇ ਲਈ ਉਹ ਵੀ ਓਨੀ ਹੀ ਇੰਪੋਰਟੈਂਸ I ਰੱਖਦੇ ਨੇ don't go to a place where there's 500 people. Oh, mera show ho jayega. No, I am there to win one soul. ਉਹ ਇਸ ਲਈ ਨਹੀਂ ਕਿ ਉਹ ਬਹੁਤ ਸਾਰੀ ਭੀੜ ਹੋਵੇ ਕਿ ਹਜ਼ਾਰਾਂ ਦੀ ਗਿਣਤੀ 'ਚ ਲੋਕ, ਉਹਨਾਂ ਨੂੰ ਉਹ ਖੁਦਾ ਦੀ ਜਿਹੜੀ ਉਹ ਆਤਮਾ ਹੈ, ਰੂਹ ਹੈ ਪਰਮੇਸ਼ਰ ਦੀ, ਉਹ ਉਹਨਾਂ ਨੂੰ ਬਹੁਤ ਪਿਆਰੀ You ਔਰ know ਉਹ what God is looking for? ਤੁਹਾਨੂੰ ਪਤਾ ਕਿ ਪਰਮੇਸ਼ਰ ਕੀ ਦੇਖਦਾ ਹੈ? God loves every single person. ਪਰਮੇਸ਼ਰ ਹਰ ਇੱਕ ਜਨ ਨੂੰ ਬਹੁਤ ਪਿਆਰ ਕਰਦਾ। I have been in big meetings. ਉਹਨਾਂ ਕੋਲ ਬਹੁਤ ਸਾਰੇ ਬੜੇ I ਸਮਾਗਮ have ਵੀ ਨੇ। seen a lot of times that people, you cannot communicate to every person. It's difficult. ਉਹਨਾਂ ਨੇ ਦੇਖਿਆ ਇੱਕ ਚੀਜ਼ ਕਿ ਬਹੁਤ ਸਾਰੇ ਸਮਾਗਮਾਂ ਦੇ ਵਿੱਚ ਬਹੁਤ ਈਜ਼ੀ ਸੁਖਾਲਾ ਨਹੀਂ ਹੁੰਦਾ ਹਰ ਇੱਕ You ਨੂੰ need ਮਿਲਣਾ। big teams to help you. ਤਾਂ ਤੁਹਾਨੂੰ ਬਹੁਤ ਜ਼ਿਆਦਾ ਉਸ ਚੀਜ਼ ਲਈ ਆਰਗੇਨਾਈਜ਼ ਕਰਨੇ, ਟੀਚਿੰਗ ਕਰਨ ਦੀ ਲੋੜ ਹੈ ਕਿ ਉਹਨਾਂ ਨੂੰ So when it ਸੰਭਾਲਿਆ is a ਜਾਏ। smaller group, it becomes easy. ਜਦੋਂ ਇੱਕ ਛੋਟਾ ਸਮੂਹ ਹੁੰਦਾ ਹੈ ਤਾਂ ਉਹਨੂੰ ਸੰਭਾਲਣਾ ਵੀ So we ਬਹੁਤ should ਸੁਖਾਲਾ never ਹੁੰਦਾ ਹੈ। look at big things. We need to look at small things. ਤਾਂ ਤੁਹਾਨੂੰ ਇਹ ਨਹੀਂ ਜ਼ਰੂਰਤ ਦੇਖਣ ਦੀ ਕਿ ਬਹੁਤ ਬੜਾ ਸਮੂਹ, ਉੱਥੇ ਤੁਹਾਨੂੰ ਛੋਟੀ ਤੇ ਛੋਟੀ ਵੀ God ਚੱਲਣੀ may ਜ਼ਰੂਰਤ। tell you to go to one place and there's only one person there. ਜੇ ਖੁਦਾ ਤੁਹਾਨੂੰ ਕਵੇ ਕਿ ਤੁਸੀਂ ਉਸ ਜਗ੍ਹਾ ਤੇ ਜਾਣਾ, ਉੱਥੇ ਇੱਕ ਹੀ ਆਦਮੀ ਹੈ। God is looking for obedience, not for show. ਪਰਮੇਸ਼ਰ ਉਸ ਚੀਜ਼ ਨੂੰ ਨਹੀਂ, ਦਿਖਾਵੇ ਨੂੰ ਨਹੀਂ ਦੇਖਦਾ, ਪਰਮੇਸ਼ਰ ਤੁਹਾਡੀ ਆਗਿਆਕਾਰੀ ਨੂੰ ਦੇਖਦਾ ਹੈ। If He wants you to go to one place with one person, go.
ਜੇਕਰ ਇੱਕ ਵੀ ਆਦਮੀ ਉਸ ਜਗ੍ਹਾ ਤੇ ਤੁਹਾਨੂੰ ਜੇ ਪਰਮੇਸ਼ਰ ਦੇ ਦੁਆਰਾ Because ਠਹਿਰਾਏਗਾ you ਤਾਂ don't ਤੁਹਾਨੂੰ know ਜਾਣ ਦੀ who that ਜ਼ਰੂਰਤ ਹੈ one person is. ਤੁਹਾਨੂੰ ਨਹੀਂ ਪਤਾ ਉਸ ਮਨੁੱਖ ਦੇ ਬਾਰੇ ਕਿ ਉਹ ਕੌਣ ਹੈ That one person may win 10,000 people after us. ਹੋ ਸਕਦਾ ਕਿ ਉਸ ਮਨੁੱਖ ਦੇ ਦੁਆਰਾ ਬਹੁਤ ਸਾਰੇ ਜੋ 10,000 ਲੋਕ You need ਪਰਮੇਸ਼ਰ ਆਉਣ ਵਾਲੇ to ਸਮੇਂ 'ਚ follow ਇਕੱਠੇ the ਕਰੋ। leading of the Holy Spirit. ਤੁਹਾਨੂੰ ਪਰਮੇਸ਼ਰ ਦੀ ਆਤਮਾ ਦੀ ਅਗਵਾਈ ਦੇ ਹੇਠ ਚੱਲਣ ਦੀ If the ਜ਼ਰੂਰਤ ਹੈ Holy Spirit says go there, that's ਜੇਕਰ where you go. ਜੇਕਰ ਤੁਹਾਨੂੰ ਪਵਿੱਤਰ ਆਤਮਾ ਅਗਵਾਈ ਕਰੇ ਕਿ ਤੁਸੀਂ ਉਸ ਜਗ੍ਹਾ ਤੇ ਜਾਓ ਤੇ ਤੁਹਾਨੂੰ ਜਾਣ ਦੀ I ਜ਼ਰੂਰਤ don't ਹੈ like to think I want to go to this place because I want everybody to see me. No, it is because if God says go there, I go. If He says don't go, I don't go. ਪਰਮੇਸ਼ਰ ਦੇ ਦਾਸ ਦਾ ਕਹਿਣਾ ਹੈ ਕਿ ਜੇਕਰ ਮੈਨੂੰ ਪਵਿੱਤਰ ਆਤਮਾ ਗਾਈਡ ਕਰੇ ਕਿ ਜਾਣਾ ਹੈ ਤੇ ਜਾਣਾ ਹੈ ਜੇ ਮੈਂ ਨਹੀਂ ਜਾਣਾ ਤੇ ਮੈਂ ਨਹੀਂ ਜਾਣਾ You know, last time when I was here, I talked about that story about a man from Nigeria. ਤੁਹਾਨੂੰ ਯਾਦ ਹੋਏਗਾ ਕਿ ਜੋ ਬੀਤੇ ਦਿਨਾਂ ਦੇ ਵਿੱਚ ਪਾਸਟਰ ਜੀ ਨੇ ਇੱਕ ਟੈਸਟਮਨੀ ਨੂੰ ਸ਼ੇਅਰ ਕੀਤਾ ਸੀ There was one ਨਾਈਜੀਰੀਆ ਦੇ ਲੋਕਾਂ ਦੇ ਵਿੱਚ 15-year-old girl. ਉੱਥੇ ਇੱਕ 15 ਸਾਲ ਦੀ ਹੀ ਇੱਕ ਲੜਕੀ ਸੀ God used this 15-year-old girl ਪਰਮੇਸ਼ਰ ਨੇ ਉਸ 15 ਸਾਲ ਦੀ ਕੁੜੀ ਨੂੰ ਯੂਜ਼ ਕੀਤਾ to touch the most powerful demonic leadership. ਉਸ ਕੁੜੀ ਨੂੰ ਜੋ ਸੀਗਾ ਉਹ ਇੱਕ ਜੋ ਸ਼ੈਤਾਨੀ ਇੱਕ ਸਪਿਰਟਾਂ ਸ਼ੈਤਾਨੀ ਰੂਹ ਸੀਗੀ ਕੋਈ ਤੇ ਉਹਦੇ ਵਿਰੋਧਤਾ ਦੇ ਵਿੱਚ ਪਰਮੇਸ਼ਰ ਨੇ ਉਸ 15 ਸਾਲ ਦੀ ਕੁੜੀ ਨੂੰ ਇਸਤੇਮਾਲ ਕੀਤਾ These people were very powerful people in the demonic realm. ਉਹ ਜਿਹੜੇ ਲੋਕ ਸੀਗੇ ਉਹ ਸ਼ੈਤਾਨੀ ਆਤਮਾਵਾਂ ਜੀ ਸੀਗੀਆਂ ਉਹ ਵੀ ਬੜੇ ਪਾਵਰਫੁਲੀ ਆਪਣੇ ਆਪ 'ਚ ਦਮ ਰੱਖਣ ਵਾਲੀਆਂ God ਸੀ did not send pastors there. ਪਰਮੇਸ਼ਰ ਨੇ ਉੱਥੇ ਕਿਸੇ ਪਾਸਟਰ He ਨੂੰ ਨਹੀਂ ਭੇਜਿਆ sent this 15-year-old girl ਪਰਮੇਸ਼ਰ ਨੇ ਇਸ 15 ਸਾਲ ਦੀ ਲੜਕੀ ਨੂੰ ਭੇਜਿਆ because this young girl was in constant prayer. Her life was good with God. ਕਿਉਂਕਿ ਪਰਮੇਸ਼ਰ ਉਹਦੀ ਲਾਈਫ ਨੂੰ ਜਾਣਦਾ ਸੀਗੇ ਕਿ ਉਹ ਇੱਕ ਦੁਆ ਪ੍ਰਾਰਥਨਾ ਕਰਨ ਵਾਲੀ I ਸੀ was thinking about this. ਤਾਂ ਮੈਂ ਇਸ ਚੀਜ਼ ਨੂੰ ਸੋਚਦਾ ਹਾਂ If God told me to go to the most dangerous man, he's involved with all black magic and all that, inside you think, but God, these guys are all this powerful. What will I do there? ਤਾਂ ਜੇਕਰ ਪਰਮੇਸ਼ਰ ਉਹ ਕਹਿੰਦੇ ਕਿ ਮੈਂ ਸੋਚ ਸਕਦਾ ਕਿ ਜਿੱਥੇ ਪਰਮੇਸ਼ਰ ਤੁਹਾਨੂੰ ਜੇ ਕਵੇ ਕਿ ਕਿਸੇ ਸ਼ੈਤਾਨੀ ਆਤਮਾਵਾਂ ਜਿੱਥੇ ਕਿ ਬਲੈਕ ਮੈਜਿਕ ਬਹੁਤ ਐਸੇ ਸ਼ੈਤਾਨੀ ਕੰਮ ਹੋ ਰਹੇ ਨੇ ਤੇ ਉੱਥੇ ਤੁਹਾਨੂੰ ਜਾਣ ਦੀ ਹੁਕਮ ਕਰੇ ਤਾਂ ਮੈਂ ਸੋਚ ਸਕਦਾ ਕਿ ਕੀ ਹੋਏਗਾ So this girl touched that man. That man could not look at her. ਜਦੋਂ ਉਸ ਪਰਮੇਸ਼ਰ ਨੇ ਉਸ ਕੁੜੀ ਨੂੰ ਇਸਤੇਮਾਲ ਕੀਤਾ ਤੇ ਜਿਹੜੀ ਇਹ ਸ਼ੈਤਾਨੀ ਆਤਮਾ ਉਸ ਮਨੁੱਖ ਦੇ ਈਵਨ ਉਹਦਾ ਸਾਹਮਣਾ ਕਰਨੀ ਉਹ ਨਜ਼ਰ ਉਠਾ ਕੇ ਵੀ ਨਹੀਂ ਦੇਖ ਪਾਈਆਂ Nobody knew this girl. ਕੋਈ ਵੀ ਉਸ ਕੁੜੀ ਨੂੰ ਇਹ ਨਹੀਂ ਸੀ ਜਾਣਦਾ She goes very quietly, talks to him, brings him to her house. ਉਹਨੇ ਬਹੁਤ ਮਤਲਬ ਕਿ ਉਸ ਨੂੰ ਬੁਲਾਇਆ ਔਰ ਉਹਦੇ ਘਰ ਜਾਣ ਦੇ ਲਈ ਉਹਨੂੰ ਕਿਹਾ Nobody knows who she is. ਉਹਨੂੰ ਕੋਈ ਵੀ ਨਹੀਂ ਸੀ ਜਾਣਦਾ Only God knows who she is. ਪਰ ਪਰਮੇਸ਼ਰ ਉਹਦੇ ਬਾਰੇ ਅੱਛੇ ਤਰੀਕੇ ਨਾਲ This ਜਾਣਦਾ girl ਸੀਗਾ brought 30 of the most powerful witches. 30 30. Sir, can you repeat that? This girl brought 30 of the most powerful witches of that land. ਹਾਂ ਤੋ ਜਿਹੜੇ 30 ਮਤਲਬ ਕਿ 30 ਪਰਮੇਸ਼ਰ ਨੇ ਉਸ ਕੁੜੀ ਨੂੰ ਉਸ 30 ਤੇ ਜੋ शैतानी रूहां दे ओदे खिलाफ परमेश्वर ने उस छोटी कुड़ी नु इस्तेमाल किया। When I mean demonic spirit, you know, इंडिया में हमारा ब्लैक मैजिक वो करता है ना, वो गाड़ी क्या बोलते हैं उसको, क्या बोलते हैं उसको, वो सब जादू टोना करता है वो, हाँ, those people, ये 30 लोग जो थे वो वेरी पावरफुल लोग थे। खुदा ने इस लड़की को बोला एक एक करके उसको लेके आओ। लड़की ने क्या किया, यस लॉर्ड, ज़्यादा उसके साथ बात करे, उसको घर पे लेके आता। घर पे लेके आया, उसने नहीं सोचा कि चलो ये बच गया छोड़ो उसको, नहीं, उसने ये आदमी के साथ 3 साल 3 years टाइम स्पेंड कर उसको सिखाने के लिए। दैट्स वाई डिसाइपलशिप इज़ वेरी इंपॉर्टेंट। डिसाइपलशिप नहीं करेगा देन यू आर जस्ट फ्लोटिंग, यू आर थिंकिंग हाँ मैं खुदा में हूँ, खुदा। डिसाइपलशिप विल मेक यू, डिसाइपल जो हम करेगा ना, यू विल लर्न व्हाट टू डू। सो इस लड़की ने 15 साल का था, शी टॉट दिस 30 मैन, दिस बिग मैन, उसने उसको सिखाया क्या करने का 3 साल के लिए। जब ये लड़की 24 years की बन गई ना, खुदा उसको लेके गया। खुदा ने बोला तुम्हारा काम हो गया, टाइम टू कम होम। समझ गया ना? तो हमारा काम होता है नॉट लुकिंग एट बिग बिग थिंग्स, गॉड व्हाट डू यू वांट, खुदा मेरा काम क्या है इधर। 2 पर्सन के लिए बात करना है एंड गॉड सेज आई ओनली वांट, ये 2 लड़की से बात करो, आई शुड फोकस ऑन ओनली दैट टू, नथिंग एल्स।
सो जो होली स्पिरिट हमको बताता ना, दैट इज व्हाट यू नीड टू फॉलो। इसलिए उसका खुदा का वचन क्या बोलता है? ही मेड यू एज हीज वर्कमैनशिप, ही मेड यू स्पेशली टू डू हीज वर्क, नॉट योर वर्क। समझ गया ना? हम क्या करता है? हमारा काम करता है। खुदा मैं खुदा क्या बोलता? मैं निकाल दो और मेरे पास आ जाओ। आई विल टेक यू, मैं लेके जाऊंगा। ये लड़की जो 15 साल की लड़की, वो उसके साथ इतना मुकाबला कैसे कर सकता? क्यों? खुदा उसके साथ था। सो यू डिपेंड ऑन द होली स्पिरिट। स्मॉल जॉब क्या करने का, लेट मी डू दैट। सो एवरी वन ऑफ यू, सभी लोग जो इधर है, खुदा का वर्कमैनशिप इज क्रिएटेड यू स्पेशली, ही मेड यू स्पेशली उसका काम के लिए। खुदा ने नहीं तुमको क्रिएट किया कि एवरीडे आकर इधर बैठ जाओ और जाओ, बैठ जाओ। ही सेड टाइम आ गया मेरा काम करने का। क्या कर रहा है? कब करेगा? ही वॉन्ट्स यू टू डू। नहीं करेगा तो जब हम खुदा के सामने होता है, एक दिन आएगा हम खुदा के सामने आएगा, व्हाट विल यू से टू हिम? मैं इतना बिजी था, ये प्रॉब्लम था, मेरा बीवी मेरे को चर्च में जाने नहीं देता, मेरे को वो नहीं दे। हम सब एक्सक्यूजेस लेता है। देयर इज नो टाइम फॉर एक्सक्यूजेस। सो टुडे आई वांट यू टू अंडरस्टैंड, खुदा ने मेरे को इस धरती पे क्यों लाया? खुदा ने सभी को जो इधर आतीनों का लोग है क्यों इधर रखा था? व्हाट इज द पर्पस? देयर इज अ रीजन व्हाई ही केप्ट यू इन आतीनो। इज रीजन है मेरे को इंग्लैंड में रखा था, उसका रीजन है मैं साइप्रस में आ रहा हूँ। सो वी आर कमिंग फॉर द लास्ट 2017 से, अभी कितना साल हो गया? 6-7 ईयर्स हो गया। क्यों हम आता है इधर? वी आर डूइंग आवर ओन एक्सपेंसेस, वी आर गिविंग ऑल आवर टाइम। क्यों? बिकॉज वी आर डूइंग व्हाट गॉड वांट्स अस टू डू। मैं आराम से इंग्लैंड में बैठ सकता हूँ, चर्च सभी उधर है, सब अच्छा है, बट द कॉलिंग ऑफ गॉड इज गो टू साइप्रस, स्पेंड टाइम विद देम। इसलिए मैं क्यों आता है इधर? सो आई डोंट कम फॉर फन। मेरा मकसद नहीं था कि मज़ा के लिए आ रहा है। माई वाइफ एंड माई सन इज एट होम, आई विल लीव देम। मैंने उसको छोड़ा फॉर 2 वीक्स, आई कम हियर। क्यों? टू डू व्हाट ही हैज़ कॉल्ड मी टू डू। तो मैं इधर आ रहा हूँ खुदा का काम करने के लिए। मेरा क्वेश्चन है, तुम क्या कर रहा है इधर? चलो, आतीना का लोग है, आतीनों के लोग इधर क्या कर रहे हैं? थिंक अबाउट इट। एक दिन खुदा बोलेगा क्या किया, वो कुछ एक्सक्यूज नहीं सुनने वाला है। ओके, सो थिंक, मैं क्या कर सकता हूँ? होली स्पिरिट क्या करूँ मैं? जब तुम उसके सामने ये रखता हूँ, ये दिल, खुदा दिखाओ मेरे को मैं क्या करना है, ही विल देन शो यू व्हाट टू डू। बट इफ यू डोंट आस्क हिम, अरे मैं सभी दिन बाइबल पढ़ रहा हूँ, मैं चर्च में जाता हूँ, सभी रिलीजियस सर्विस करता हूँ, रिलीजियस, समझ गया ना? God is not happy with religious, he wants practical। मैं सुमन से बात कर सकता हूँ फोन पे, सुमन ऐसा 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 करो, नॉट इफेक्टिव। जब मैं इधर आता, सुमन क्या कर रहा है? चेंज दिस, डू दिस। फिजिकली मैं बात कर रहा हूँ, समझ गया ना? वाई डिड एपोस्टल पॉल, हमारा एपोस्टल पॉल क्या किया? उसने पूरा शहर घूम रहा था। उस टाइम यूज्ड टू गो बाय द बोट, जहाज में। वो कितना टाइम लगता था जाने का इधर से उधर। मैनी टाइम्स शिप रैक्ट हो गया, उसको मारा पीटा सब किया। क्यों? फिर भी वो जा रहा है, क्यों? ही हैड टू फिनिश गॉड्स वर्क। उसने काम खत्म किया। हैव यू डन व्हाट गॉड हैज कॉल्ड यू टू डू? तुमने किया जो खुदा ने तुमको दिखाया? एक क्वेश्चन है मेरा तुम्हारे लिए, क्या किया तुमने? You are God's workmanship. You are God's workmanship. ਤੁਸੀਂ ਪਰਮੇਸ਼ਰ ਦੀ ਕਾਰਾਗਰੀ ਹੋ। So do something about it. ਤਾਂ ਤੁਸੀਂ ਇਹਦੇ ਆਧਾਰ ਤੇ ਕੁਝ ਕਰੋ। चलो, मैं बोल रहा था कि मैं बड़ा मैकेनिक हूँ, कोई गाड़ी को मैं फिक्स कर सकता हूँ, लेकिन मैं घर पे बैठा हूँ, गाड़ी को देख रहा हूँ, गाड़ी सही होगा? नहीं। जब मैं शर्ट निकाल काम कर रहा हूँ, फिर होगा ना? खुदा का लोग सभी जगह पर दे आर इन ट्रबल।
God has placed you to do something to help them. Why has God put you in Athena? Why is not put you in Paphos? God का प्लान है, देयर आई पुट यू फॉर अ रीजन. कभी कभी लोग बोलेगा 4-5 लोगों के साथ बात करो, ट्रेन देम, टॉक टू देम. दिस इज वेयर यू नीड टू नो व्हाट एम आई डूइंग हियर. ये जो मैं गुदा में आया था तो मैं ये भी वही सोच रहा था मेरा काम क्या है, क्योंकि उस टाइम जो मैं खुदा में आया मेरे को कुछ बाइबल का कुछ नहीं पता, कुछ नहीं. तो फिर मैंने क्या किया, 6 महीने घर पे बैठकर होली स्पिरिट मेरे को सिखाओ. उस टाइम पास्टर नहीं था तो मैं चर्च को कुछ, तो होली स्पिरिट ने सब ये गाइड किया. मेरा फाउंडेशन उधर बन गया कि मैं ये पूरा स्टडी प्रेइंग खुदा का होली स्पिरिट से रिसीविंग. देन आई एम रेडी नाउ टू गो. आफ्टर 6 मंथ में रेडी, क्योंकि सब अंदर है. ये बाइबल इधर रख के कुछ फायदा नहीं है. ये बाइबल किधर होना मांगता है, इन हियर. जब इधर होगा तो वह बाहर आएगा ना. ये इधर नहीं होगा तो क्या बाहर आएगा. हाँ, so that's why you have to read, spend time in this. When this is in you, now you can boldly say. फिर भी खुदा भी बोलेगा चलो खड़े हो जाओ, खड़ा हो जाओ. You are ready to go. Go talk to people. समझ गया ना मैं क्या बोल रहा हूँ. खुदा बोल रहा रेडी, चलो जाओ बात करो. ये वचन तुम्हारा अंदर है, कुछ डरने का नहीं है. ये वचन अंदर नहीं होगा तो फिर तुम डर जाएगा, भाई मैं क्या करूं उधर, किसके साथ बात करूं, क्या बात करूं. जब वचन अंदर होगा होली स्पिरिट बाहर निकालेगा. आज सुबह हम इवेंजलिज्म के लिए निकोसिया में गए थे तो बहुत लोग मिलने लगा. ओके सिराम सिराम. मेरा ये प्रार्थना जब चर्च के दरवाजे से बाहर गया, मैं होली स्पिरिट मैं जा रहा हूँ, शो मी व्हाट आई नीड टू डू. क्या करने का है. नहीं तो मैं क्या करता था, हाँ वो आ रहा है उसके साथ बात करें, अभी ये मैं. लेकिन जो होली स्पिरिट दिखाता ना वो आदमी, देन यू नो उसका टाइम आ गया. जैसा ये लड़की 15 इयर्स का लड़की ने उस शैतान लोगों को पकड़ा, वो टाइमिंग था. खुदा एक एक करके आज जाओ उसके साथ बात करो, उसको लेके आओ. 2 दिन 3 दिन के बाद उधर जाओ उसको पकड़ लेके आओ. तो इवेंजलिज्म के लिए ये ऐसा है. तो हम जब बाहर गया, खुदा जो लोग आ रहा था वो हाईलाइट करता था, टॉक टू दे. और मालूम है ना, जब खुदा दिखाता है ना ये लोग सुनता है. जब मैं जाकर उसके साथ फोर्स बात करता है ना तो ये बोलता हम पीछे अभी जा रहा हूँ, क्योंकि मैं कर रहा हूँ. होली स्पिरिट को मालूम होता है कौन लोग रेडी है और किसके साथ तुमको भेज रहा है. समझ गया ना. So that is why we have to understand and we have to study and know मैं क्या कर रहा हूँ. तो खुदा ने made you in his image for a reason. समझ गया ना. ये कुर्सी जो है ना उसका वजह है ना. What is the reason? Not to walk with it like this every day. ये चलने के लिए नहीं ना, ये बैठने के लिए ना. So we have to sit. That is the purpose of this chair. So God created you for what reason? To sit? No, he created you for what? To do his work. God needs every person. सभी लोग जो लोग, every person he needs you. Now you see these 5 fingers. सभी fingers एक ही नहीं है. वो छोटा वाला क्या बोलता है, I don't need. चलो to lift this chair, example ये light है ना, से ये heavy होता है. I need all 5 fingers to lift it. Easy होता है. ये छोटा फिंगर बोला नहीं मैं नहीं खोल रहा. Now for me to lift it without this small finger, it is difficult a little bit. वो दूसरा वाला बोल नहीं मैं भी कुछ नहीं करने का. So now you're lifting with these 2 fingers. Now it becomes a little difficult. वही भी बोल नहीं मैं भी नहीं कुछ करना है. So now क्या कर रहा है वो? You're trying to lift with this. So every finger has his purpose. उसका purpose इस finger का, every one of you have a purpose. खुदा तुमको नहीं बोलेगा मुझे बड़ा स्टेज पे जाओ और तुम रेडी नहीं हो. He will say go and speak to that person. ये तुम्हारा काम है खुदा का. Follow his instructions. वो क्या तुमको बता रहा है.
and start to do what he has called you to do. समझ गया ना? So today I just want to encourage everyone, think why he has placed you here. क्यों तुमको इधर चुना था? Why has he sent me from England to Cyprus to Athens? क्यों? मेरा जो काम है, I will do what he has told me to do. If he tells me, खुदा मेरे को बोलो ये आज बात करो, ये लोगों से बात करो, मेरा काम हो गया, मेरा ड्यूटी हो गया, जो खुदा ने बोला करने के लिए मैंने कर दिया. तुम मेरे बात मानो या नहीं मानो, दैट इज नॉट माई प्रॉब्लम, दैट इज योर प्रॉब्लम. तुम समझो कि मैं उसकी बातें में नहीं, मैं उसकी बातें नहीं सुनेगा, दैट इज योर प्रॉब्लम. समझ गया ना? माई प्रॉब्लम इज ओनली दिस, आई टेल यू एंड आई गो. Whether you listen or don't listen, same thing. इसी तरह when you go to somebody else, किसी के घर पे जाएगा evangelism करने के लिए, God will send you with a reason उसके साथ बात करने के लिए. ना वो माने या ना माने, that is not your problem. तुम्हारा काम सिर्फ जाने का, बात बताने का and come back. बहुत लोग क्या करता ना, बहुत टाइम घमंड, प्राइड, वो क्या बताएगा मेरे को, वो क्या करेगा, मेरे को पता है, मेरे को पूरा बाइबल पता है. प्राइड जो होता है ना, घमंड, he will smash you down. Take that out and say, खुदा, yes, I am ready to listen. मेरे को खुदा में 26 हो गया, फिर भी मेरे को इसका ज़्यादा पता भी नहीं है, इतना ही पता है. समझ गया ना? तो there is still lot to learn. मैं नहीं बोल सकता हाँ मैं सब जानता हूँ, फिर मैं यीशु बन गया. सही है? सो आई एम स्टिल लर्निंग आफ्टर 26 years. प्रोसेस में है अभी, स्टिल एवरी डे इज अ प्रोसेस. ओके, व्हाट इज तुम्हारा प्रोसेस, क्या है? व्हाट इज योर प्रोसेस? व्हाट आर यू डूइंग? टेल मी, कैन एनीवन टेल मी? कोई बता सकता क्या पर्पस है तुम्हारा? व्हाट इज योर प्रोसेस? We read the Bible. हाँ. ਕਿ ਸਾਡਾ ਪਰਮੇਸ਼ਰ ਦੇ ਵਿੱਚ ਅੱਛੇ ਕਰਮਾਂ ਨੂੰ ਰਚਨਾ ਹੈ, ਉਹਦੀ ਰਚਨੀ ਜੋ ਪਰਮੇਸ਼ਰ ਦੇ ਦੁਆਰਾ ਪੂਰੀ ਹੋਣੀ ਹੈ. So he has made you for that. So you need to be saying, हाँ Lord I'm ready. लेकिन ये बात जो हम कर रहे हैं, I'm ready, be ready. क्योंकि वो बोलेगा तुमको जाओ, फिर नहीं खुदा मैं नहीं जा रहा हूँ. You can't say no after. Okay? Because as I said, जैसे मैंने बताया, and we will all stand before him. अता पता सही वर्ड है, अता पता. He will show you क्या किया. Oh, I don't know what is in your account, क्या है. आज चर्च में भी हमारा नया लोग आया था. मेरा पैशन ये होता है, ये लोग जो नया आ गया खुदा में नहीं है, to get them to know the Lord. मेरा काम ये है कि जो दे आर लिविंग इन डार्कनेस, डार्कनेस का मतलब अंधेरा में, उसको अंधेरे से लाइट में लाने का मेरा काम. तो इसलिए मैं टाइम स्पेंड करता उसको. मैं नहीं बोलता कि सुनो, उसने नहीं सुना चलो मैं जा रहा हूँ, नहीं. आई डोंट गिव अप. आई विल कम बैक लिटिल बिट. ऐसा है, लिसन टू मी. क्योंकि कभी कभी शैतान क्या करता है ना, लोगों को कान बंद करता है. कान मरेगा वो नहीं सुनेगा. तो फिर मेरा ट्रायल ये होता है कि जो कान बंद है, खुदा ये कान खोल दो कि मेरा तुम्हारा वचन उसमें जाने का, खोल दो लॉर्ड, खोल दो. ये अंदर से मेरा प्रार्थना होता है, खोल दो कि मैं तुम्हारा काम कर सकता हूँ. तो आज ऐसा हुआ चर्च में, 3 नए लड़के आए थे. पहले वो बोलता नहीं श्योर, सेकेंड टाइम गया चलो, फिर तीनों मान गए. समझ गया ना? सो दिस इज, ये हमारा पैशन होता है. मेरा पैशन ये इधर का बैंक का नहीं है, मेरा बैंक में कितना पैसा है. लोग बहुत काम करता है, संडे भी काम पे जाता है, क्यों? पैसा चाहिए. बट डोंट वर्क, काम नहीं करने का कि ये बैंक फिल करने का. वो बैंक जो तुम्हारा हेवन में है उसमें क्या है, कितना लोगों का लाइफ्स उसमें है. जो लोग खुदा को लाइफ देता है ना, वो तुम्हारा बैंक अकाउंट में जाएगा. चलो आज 4 people 5 people खुदा को दिया, ये बैंक अकाउंट में जाता है हमारा. सो आई नो जब मैं उधर जाएगा पर, तो मेरा अकाउंट में है ये. हम जो हेवन में जाएगा
पैसा नहीं लेके जाके जाएगा, क्या एक चीज लेके जाएगा हम, कौन सा चीज? souls. सिर्फ आदमी, सोल। वो उधर देखकर बोलेगा थैंक यू, तुमने मेरे साथ बात किया, मैं बहुत जिद्दी था लेकिन तुमने फोर्स करके मेरे को इधर लेके आया। Yes, amen. दे विल बी हैप्पी टू सी, क्योंकि तुमने हेल्प किया खुदा में आने का। सो दिस इज योर आइडिया, व्हाट एम आई डूइंग। आप मैं तुमको क्वेश्चन पूछ सकता है, कितना लोगों को तुमने बचाया? कोई बता सकता मेरे को कितना, एक नंबर, कितना लोगों को बचाया किसी ने? नंबर है? चलो मैंने 10 लोगों को बचाया, 20 लोगों को बचाया, 100 लोगों को। यू हैव टू हैव वन नंबर। तुम्हारा पास एक नंबर होना मांगता है। खुदा इस ईयर, इस साल में मैं 50 लोगों से बात करूंगा और 25 लोगों को मैं खुदा तुम्हारा किंगडम में लेके आऊंगा, ये मेरा टारगेट है। लिख दो कैलेंडर पे 25 लोगों को और स्टार्ट करो काम। एक आएगा, चलो लॉर्ड 1 इज कम, अभी 24 बाकी है, लग जाओ काम पे। मैं करता हूँ ये, समझ गया ना? टारगेट नहीं होता तो तुम आराम से बैठते हो, मैं चर्च जाता हूँ, चलो मैं प्रार्थना करता हूँ, मैं सब फास्टिंग करता हूँ। लेकिन क्या है बैंक में? फास्टिंग करके प्रार्थना करके नॉट इनफ। व्हाट इज इन योर अकाउंट? खुदा का बैंक में क्या है? दैट इज इम्पोर्टेंट। खुद यीशु को क्या चाहिए? सभी लोग उसके पास हेवन में जाने का। या दैट इज व्हाट योर डिजायर हैज टू बी, टू टेक देम देयर। तो एज आई फिनिश, यू आर गॉड्स वर्कमैनशिप क्रिएटेड फॉर गुड वर्क्स। ਤੁਸੀਂ ਪਰਮੇਸ਼ਰ ਦੇ ਦੁਆਰਾ ਰਚੇ ਗਏ ਹੋ ਕਿ ਯਿਸੂ ਮਸੀਹ ਦੇ ਵਿੱਚ ਹੁੰਦਿਆਂ ਹੋਇਆ ਪਰਮੇਸ਼ਰ ਦੇ ਅੱਛੇ ਕਰਮਾਂ ਦੇ ਲਈ। Amen. How many of you are ready today to say, Lord, I am ready today? ਕਿੰਨੇ ਲੋਕ ਤਿਆਰ ਨੇ ਜੋ ਕਹਿਣਗੇ, ਆਪਣੇ ਹੱਥਾਂ ਨੂੰ ਉਠਾਉਣਗੇ ਕਿ ਅਸੀਂ ਹਾਂ ਪਰਮੇਸ਼ਰ, ਅਸੀਂ ਤਿਆਰ ਹਾਂ ਤੇਰੇ Amen. ਕੰਮਾਂ ਦੇ ਲਈ। जब तुम आप just keep your hands up, just keep your hands up. The